ਹੈਲੋ ਸਟੂਡੈਂਟਸ, ਅੱਜ ਦੀ ਇਸ ਵੀਡੀਓ ਵਿੱਚ ਆਪਾਂ ਆਪਣੇ 10th ਕਲਾਸ ਦੇ 7th ਚੈਪਟਰ ਯਾਨੀ ਕਿ ਨਿਰਦੇਸ਼ ਅੰਕ ਜਮਾਇਤੀ ਦੇ ਸਾਰੇ ਇੱਕ ਅੰਕ ਵਾਲੇ ਪ੍ਰਸ਼ਨਾਂ ਨੂੰ ਹੱਲ ਕਰਾਂਗੇ। ਤਾਂ ਫਟਾਫਟ ਅੱਗੇ ਦੀ ਤਰ੍ਹਾਂ ਆਪਣੀ ਕਾਪੀ ਪੈਨ ਲੈ ਲਓ ਤੇ ਨਾਲ ਮੇਰੇ ਇਹਨੂੰ ਹੱਲ ਕਰਨਾ ਹੈ। ਤੇ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਟਾ ਪਹਿਲਾਂ ਉਹਨੂੰ ਸਬਸਕ੍ਰਾਈਬ ਕਰ ਲਓ, ਕਿਉਂਕਿ ਫਿਰ ਬਾਅਦ 'ਚ ਤੁਸੀਂ ਭੁੱਲ ਜਾਂਦੇ ਹੋ। ਠੀਕ ਹੈ, ਤੇ ਚਲੋ ਆਓ ਆਪਾਂ ਹੁਣ ਇਹਨੂੰ ਹੱਲ ਕਰਨਾ ਸਟਾਰਟ ਕਰੀਏ। ਤਾਂ ਸਭ ਤੋਂ ਪਹਿਲਾਂ ਦੇਖੋ, ਫਸਟ ਆਪਾਂ ਇਹਦੇ ਕੀ ਕਰਾਂਗੇ, ਕੁਛ ਇਹਦੇ ਫਾਰਮੂਲਾਜ਼ ਆ ਜਿਨ੍ਹਾਂ ਨੂੰ ਕਿ ਆਪਾਂ ਯਾਦ ਕਰ ਲਾਂਗੇ, ਤਾਂ ਕਿ ਜਦੋਂ ਆਪਾਂ ਆਪਣੇ ਪ੍ਰਸ਼ਨ ਹੱਲ ਕਰਾਂਗੇ ਤਾਂ ਫਿਰ ਆਪਾਂ ਨੂੰ ਬਾਰ-ਬਾਰ ਉਹ ਫਾਰਮੂਲਾਜ਼ ਨੂੰ ਸਮਝਣਾ ਨਾ ਪਵੇ। ਠੀਕ ਹੈ, ਤਾਂ ਹੁਣ ਸਭ ਤੋਂ ਪਹਿਲਾਂ ਕਿ ਜਿਹੜਾ 7th ਚੈਪਟਰ ਆ ਸਾਡਾ ਨਿਰਦੇਸ਼ ਅੰਕ ਜਮਾਇਤੀ, ਇਹਦੇ ਵਿੱਚ ਸਾਡੇ 3 ਤਰ੍ਹਾਂ ਦੇ ਫਾਰਮੂਲਾਜ਼ ਹੈ। ਇੱਕ ਤਾਂ ਸਾਡਾ ਦੂਰੀ ਸੂਤਰ ਹੈ। ਕਿਹੜਾ ਸੂਤਰ ਹੈ? ਦੂਰੀ ਸੂਤਰ। ਦੂਰੀ ਸੂਤਰ ਕੀ ਹੁੰਦਾ? ਦੂਰੀ ਸੂਤਰ ਹੁੰਦਾ ਜਦੋਂ ਅਸੀਂ ਦੋ ਪੁਆਇੰਟਸ ਦੇ ਵਿਚਕਾਰ ਕੀ ਪਤਾ ਕਰਨੀ ਹੁੰਦੀ ਹੈ, ਦੂਰੀ ਪਤਾ ਕਰਨੀ ਹੁੰਦੀ ਹੈ, ਡਿਸਟੈਂਸ ਪਤਾ ਕਰਨਾ ਹੁੰਦਾ। ਅਤੇ ਅਸੀਂ ਇੱਕ ਪੁਆਇੰਟ ਨੂੰ ਜਾਂ A ਜਾਂ B ਲੈ ਲੈਂਦੇ ਹਾਂ, ਜਾਂ ਅਸੀਂ P ਜਾਂ Q ਲੈ ਲੈਂਦੇ ਹਾਂ। ਅਤੇ ਇੱਕ ਦੇ ਨਿਰਦੇਸ਼ਾਂਕ ਨੂੰ ਅਸੀਂ ਲੈਂਦੇ ਹਾਂ x1 y1, ਅਤੇ ਦੂਜੇ ਦੇ ਨਿਰਦੇਸ਼ਾਂਕ ਨੂੰ ਅਸੀਂ ਲੈ ਲੈਂਦੇ ਹਾਂ x2 y2 ਲੈ ਲੈਂਦੇ ਹਾਂ। ਠੀਕ ਹੈ, ਤਾਂ ਉਹਨਾਂ ਦੇ ਵਿੱਚ ਦੂਰੀ ਕਿਸ ਤਰ੍ਹਾਂ ਨਿਕਾਲੀ ਜਾਂਦੀ ਹੈ ਕਿ ਅਸੀਂ x2 ਵਿੱਚੋਂ x1 ਨੂੰ ਘਟਾ ਕੇ ਉਹਦਾ ਵਰਗ ਪਲੱਸ y2 ਵਿੱਚੋਂ y1 ਨੂੰ ਘਟਾ ਕੇ ਉਹਦਾ ਵਰਗ, ਅਤੇ ਫਿਰ ਉਹਨਾਂ ਦਾ ਜੋੜ ਕਰਕੇ ਉਹਨਾਂ ਦਾ ਕੀ ਕਰ ਦਿੰਦੇ ਹਾਂ, ਵਰਗਮੂਲ ਕਰ ਦਿੰਦੇ, ਯਾਨੀ ਅੰਡਰ ਰੂਟ ਵਿੱਚ x2 ਮਾਈਨਸ x1 ਦਾ ਸਕੇਅਰ ਪਲੱਸ y2 ਮਾਈਨਸ y1 ਦਾ ਸਕੇਅਰ। ਅਤੇ ਇੱਦਾਂ ਹੀ ਜੇ ਹੁਣ ਦੂਰੀ ਅਸੀਂ ਕਿੱਥੋਂ ਪਤਾ ਕਰਨੀ ਹੋਵੇ, ਮੂਲ ਬਿੰਦੂ ਤੋਂ। ਮੂਲ ਬਿੰਦੂ ਕੀ ਹੁੰਦਾ? ਮੂਲ ਬਿੰਦੂ ਹੁੰਦਾ ਜਿੱਥੇ ਸਾਡਾ x ਧੁਰਾ ਅਤੇ y ਧੁਰਾ ਆਪਸ 'ਚ ਕੱਟਦਾ। ਮੰਨ ਲਓ ਕੋਈ ਪੁਆਇੰਟ ਇੱਥੇ ਆ P, ਹੈ ਨਾ, ਉਹਦੇ ਨਿਰਦੇਸ਼ਾਂਕ ਹੈ x ਅਤੇ y, ਤਾਂ ਅਸੀਂ ਆਹ ਦੂਰੀ ਪਤਾ ਕਰਨੀ ਹੈ। ਤਾਂ ਹੁਣ ਆਹ ਦੂਰੀ ਪਤਾ ਕਰਨ ਦੇ ਲਈ ਇਹਦੇ ਨਿਰਦੇਸ਼ਾਂਕ ਕੀ ਹੁੰਦੇ ਆ? 0 0, ਯਾਨੀ ਸਾਡਾ x1 y1 ਤਾਂ ਹੈਗਾ, ਉਹਨੂੰ xy ਲੈ ਲਿਆ, ਪਰ ਜਿਹੜਾ x2 y2 ਆ ਸਾਡਾ ਕੀ ਹੋ ਗਿਆ? 0 0 ਹੋ ਗਿਆ। ਤਾਂ ਜਦੋਂ ਅਸੀਂ ਆਹ ਵਾਲੇ ਫਾਰਮੂਲਾ 'ਚ ਆਪਣੀ ਵੈਲਿਊ ਪੁੱਟ ਕਰਦੇ ਹਾਂ ਤਾਂ x2 ਦੀ ਜਗ੍ਹਾ 'ਤੇ ਤਾਂ ਕੀ ਆ ਗਿਆ x, ਪਰ x1 ਦੀ ਜਗ੍ਹਾ 'ਤੇ ਕੀ ਹੋ ਜਾਂਦਾ? 0। ਆਹ ਦੇਖੋ, ਅਤੇ ਇੱਦਾਂ ਹੀ y2 ਦੀ ਜਗ੍ਹਾ 'ਤੇ ਕੀ ਆ ਗਿਆ ਸਾਡਾ y, ਲੇਕਿਨ y2 ਦੀ ਜਗ੍ਹਾ 'ਤੇ ਕੀ, y1 ਦੀ ਜਗ੍ਹਾ 'ਤੇ ਕੀ ਹੋ ਜਾਂਦਾ? 0। ਤਾਂ ਫਿਰ ਇਹ ਕੀ ਬਣ ਜੂਗਾ? x ਸਕੇਅਰ ਪਲੱਸ y ਸਕੇਅਰ ਦਾ ਅੰਡਰ ਰੂਟ। ਅਤੇ ਇਹੀ ਸਾਡੀ ਫਾਰਮੂਲਾ ਬਣ ਜਾਂਦਾ। ਯਾਨੀ ਅਗਰ ਅਸੀਂ ਮੂਲ ਬਿੰਦੂ ਤੋਂ ਦੂਰੀ ਪਤਾ ਕਰਨੀ ਹੈ ਤਾਂ ਸਾਡਾ ਇਹੀ ਫਾਰਮੂਲਾ ਜਿਹੜਾ ਉਹ ਰਿਡਿਊਸ ਹੋ ਕੇ ਕੀ ਬਣ ਜਾਂਦਾ? ਅੰਡਰ ਰੂਟ x ਸਕੇਅਰ ਪਲੱਸ y ਸਕੇਅਰ। ਠੀਕ ਹੈ, ਅਤੇ ਹੁਣ ਆਉਂਦਾ ਇੱਕ ਕਿ ਅਗਰ ਅਸੀਂ ਕਿਸੇ ਰੇਖਾ ਖੰਡ ਨੂੰ, ਠੀਕ ਹੈ, ਕੋਈ ਰੇਖਾ ਖੰਡ ਸਾਡੇ ਕੋਲ ਹੈ AB, ਠੀਕ ਹੈ, ਜਿਹਦੇ ਨਿਰਦੇਸ਼ਾਂਕ ਹੈ x1 y1 ਅਤੇ x2 y2, ਅਤੇ ਕੋਈ ਬਿੰਦੂ ਹੈ P ਜਿਹੜਾ ਕਿ ਇਹਨੂੰ ਕੀ ਕਰ ਰਿਹਾ? ਕਿਸੇ ਅਨੁਪਾਤ ਵਿੱਚ ਵੰਡ ਰਿਹਾ। ਮੰਨ ਲਓ m1 ਅਤੇ m2 ਅਨੁਪਾਤ ਵਿੱਚ ਵੰਡ ਰਿਹਾ। ਠੀਕ ਹੈ, ਜਿਵੇਂ ਉਹ 1:2 ਵੀ ਹੋ ਸਕਦਾ, ਉਹ 3:4 ਵੀ ਹੋ ਸਕਦਾ, ਕੁਛ ਵੀ ਹੋ ਸਕਦਾ। ਅਤੇ ਅਸੀਂ P ਦੇ ਨਿਰਦੇਸ਼ਾਂਕ ਪਤਾ ਕਰਨੇ ਆ ਵੀ ਜਿਹੜਾ ਬਿੰਦੂ ਇਹਨਾਂ ਨੂੰ ਕੀ ਕਰ ਰਿਹਾ? ਵਿਭਾਜਿਤ ਕਰ ਰਿਹਾ, ਹੈ ਨਾ, ਕਿਉਂਕਿ ਇਹਨੂੰ ਵਿਭਾਜਿਤ ਕਰ ਰਿਹਾ, ਵੰਡ ਰਿਹਾ, ਇਸ ਕਰਕੇ ਇਹਦਾ ਨਾਮ ਵਿਭਾਜਨ ਸੂਤਰ ਹੈ। ਠੀਕ ਹੈ, ਤਾਂ ਹੁਣ ਵਿਭਾਜਨ ਸੂਤਰ ਦੇ ਨਾਲ ਅਸੀਂ ਕੀ ਪਤਾ ਕਰਦੇ ਹਾਂ? ਅਸੀਂ ਨਿਰਦੇਸ਼ਾਂਕ ਪਤਾ ਕਰਨੇ ਆ ਕਿ ਉਸ ਪੁਆਇੰਟ ਦੇ ਜਿਹੜਾ ਉਹਨਾਂ ਨੂੰ ਕੀ ਕਰ ਰਿਹਾ? ਵਿਭਾਜਿਤ ਕਰ ਰਿਹਾ। ਜਾਂ ਸਾਨੂੰ ਇਹ ਦੋ ਪੁਆਇੰਟਸ ਦੇ ਨਿਰਦੇਸ਼ਾਂਕ ਦਿੱਤੇ ਹੁੰਦੇ ਆ, ਅਸੀਂ ਕਿਸੇ ਇੱਕ ਪੁਆਇੰਟ ਦੇ ਪਤਾ ਕਰਨੇ ਹੁੰਦੇ ਆ। ਅਤੇ ਇਹਦੇ ਲਈ ਫਾਰਮੂਲਾ ਕੀ ਹੁੰਦਾ? ਇਹਦੇ ਲਈ ਫਾਰਮੂਲਾ ਵਿੱਚ ਅਸੀਂ ਦੇਖੋ ਧਿਆਨ ਨਾਲ ਕੀ ਹੈ, ਅਸੀਂ ਇਹਨੂੰ ਇੱਦਾਂ ਯਾਦ ਕਰ ਲੈਣਾ, ਇੱਕ ਵਾਰੀ 12, ਇੱਕ ਵਾਰੀ 21, ਇੱਕ ਵਾਰੀ 12, ਇੱਕ ਵਾਰੀ 21। ਕਿੱਦਾਂ? ਇਹ ਜਿਵੇਂ ਕਿ ਆਪਾਂ ਆਪਣੀ ਇੱਥੇ ਲਾਈਨ ਬਣਾਈ ਸੀ A B, ਠੀਕ ਹੈ, ਅਤੇ ਇਹਦੇ ਨਿਰਦੇਸ਼ਾਂਕ ਨੂੰ ਅਸੀਂ ਲਿਆ ਸੀ x1 y1, ਅਤੇ ਇਹਦੇ ਨਿਰਦੇਸ਼ਾਂਕ ਨੂੰ ਅਸੀਂ ਲਿਆ ਸੀ x2 y2, ਅਤੇ ਇੱਥੇ ਅਸੀਂ ਲਿਆ ਸੀ ਪੁਆਇੰਟ P ਜਿਹਦੇ ਨਿਰਦੇਸ਼ਾਂਕ ਸੀਗੇ x y। ਇਹ ਅਸੀਂ ਪਤਾ ਕਰਨੇ ਆ। ਹੁਣ x ਕਿਹਦੇ ਬਰਾਬਰ ਹੈ? x ਬਰਾਬਰ ਹੈ m ਦੇ ਨਾਲ 1, ਫਿਰ ਕਿਉਂਕਿ x ਨਿਰਦੇਸ਼ਾਂਕ ਪਤਾ ਕਰਨੇ x ਦੇ ਨਾਲ 2, ਪਲੱਸ ਫਿਰ ਇੱਦਾਂ ਹੀ m ਦੇ ਨਾਲ 2, x ਦੇ ਨਾਲ 1 ਬਟੇ ਦੋਨਾਂ ਅਨੁਪਾਤਾਂ ਦਾ ਜੋੜ। ਇੱਦਾਂ ਹੀ y ਦੇ ਲਈ ਕਰਨਾ। ਇੱਕ ਵਾਰੀ 12 ਲਿਆ, ਯਾਨੀ m1 y2, ਇੱਕ ਵਾਰੀ m2 y1 ਬਟਾ m1 ਪਲੱਸ m2, ਇੱਥੋਂ ਸਾਡਾ y ਨਿਰਦੇਸ਼ਾਂਕ ਨਿਕਲਿਆ ਹੋਊਗਾ, ਅਤੇ ਬਣ ਗਿਆ ਸਾਡਾ ਵਿਭਾਜਨ ਸੂਤਰ। ਠੀਕ ਹੈ, ਤਾਂ ਇਸ ਤਰ੍ਹਾਂ ਇਹ 12 21 ਕਰਕੇ ਆਪਾਂ ਨੂੰ ਯਾਦ ਰਹਿੰਦਾ ਵੀ ਇੱਕ ਵਾਰੀ m1 ਦੇ ਨਾਲ x2 ਲੈਣਾ, ਇੱਕ ਵਾਰੀ m2 ਦੇ ਨਾਲ x1 ਲੈਣਾ। ਠੀਕ ਹੈ, ਅਤੇ ਇਹ ਵਿਭਾਜਨ ਸੂਤਰ ਹੋ ਗਿਆ। ਹੁਣ ਇਸ ਤੋਂ ਬਾਅਦ ਅੱਗੇ ਵਿਭਾਜਨ ਸੂਤਰ ਦਾ ਹੀ ਸਪੈਸ਼ਲ ਫਾਰਮ ਆਉਂਦਾ ਹੈ ਕਿ ਜਦੋਂ ਜਿਹੜਾ ਸਾਡਾ ਰੇਖਾ ਖੰਡ ਸੀਗਾ AB, ਇਹਨੂੰ ਵਿਭਾਜਿਤ ਕਰਨ ਵਾਲਾ ਬਿੰਦੂ ਉਹਨੂੰ ਬਰਾਬਰ ਭਾਗਾਂ 'ਚ ਵੰਡ ਦੇਵੇ। ਬਰਾਬਰ ਭਾਗਾਂ 'ਚ ਮਤਲਬ ਕਿ ਇਹ ਕੀ ਹੋ ਜਾਏ? ਉਹਦਾ ਮੱਧ ਬਿੰਦੂ ਹੋ ਜਾਏ। ਜੇ ਬਰਾਬਰ ਭਾਗਾਂ 'ਚ ਵੰਡੂਗਾ ਤਾਂ ਮੱਧ ਬਿੰਦੂ ਹੋਊਗਾ, ਅਤੇ ਜੇ ਮੱਧ ਬਿੰਦੂ ਹੋ ਗਿਆ ਤਾਂ ਇਹਦਾ ਮਤਲਬ ਅਨੁਪਾਤ ਕੀ ਹੋ ਗਿਆ? 1 1, ਯਾਨੀ m1 ਵੀ 1 ਹੋ ਗਿਆ ਅਤੇ m2 ਵੀ ਕਿੰਨਾ ਹੋ ਗਿਆ? 1 ਹੋ ਗਿਆ। ਅਤੇ ਇੱਥੇ ਸਾਰਿਆਂ ਨੂੰ ਦੇਖੋ, ਇੱਥੇ ਇੱਕ ਪੁੱਟ ਕਰਕੇ ਦੇਖੋ, ਅਤੇ ਇੱਥੇ ਕੀ ਰਹਿ ਗਿਆ? ਇਕੱਲਾ x2 ਪਲੱਸ x1 ਬਟਾ 1 ਪਲੱਸ 1 ਯਾਨੀ ਕਿ 2, ਇੱਦਾਂ ਹੀ y2 ਪਲੱਸ y1 ਬਟਾ 2। ਤਾਂ ਦੇਖੋ ਇਹੀ ਸਾਡਾ ਸੂਤਰ ਬਣ ਗਿਆ ਕਿ x1 ਪਲੱਸ x2 ਬਟਾ 2, ਯਾਨੀ ਦੋਨੋਂ ਨਿਰਦੇਸ਼ਾਂਕਾਂ ਨੂੰ ਜੋੜ ਕੇ ਉਹਦਾ ਅੱਧ ਕਰ ਦਿਓ। ਇੱਦਾਂ ਹੀ ਦੋਨੋਂ y ਨਿਰਦੇਸ਼ਾਂਕਾਂ ਨੂੰ ਜੋੜ ਕੇ
ਉਹਦਾ ਅੱਧ ਕਰ ਦਿਓ। ਤੇ ਇਹ ਸਾਡਾ ਹੋ ਗਿਆ ਵਿਭਾਜਨ ਸੂਤਰ ਉਦੋਂ ਜਦੋਂ ਸਾਡਾ ਵਿਭਾਜਿਤ ਕਰਨ ਵਾਲਾ ਜਿਹੜਾ ਬਿੰਦੂ ਆ ਉਹ ਕੀ ਹੋਵੇ, ਉਹਦਾ ਮੱਧ ਬਿੰਦੂ। ਤੇ ਇਹ ਮੇਨ 4 ਫਾਰਮੂਲਾਜ਼ ਬੇਟਾ ਯੂਜ਼ ਹੁੰਦੇ ਆ ਇਸ ਸਾਰੀ ਐਕਸਰਸਾਈਜ਼ ਦੇ ਵਿੱਚ। ਤੇ ਬਾਕੀ ਸਾਨੂੰ ਜਿਹੜੀ ਕੋਆਰਡੀਨੇਟ ਜਿਓਮੈਟਰੀ ਸਾਡੀ ਨਿਰਦੇਸ਼ਾਂਕ ਜਮਾਇਤੀ ਉਹਦੇ ਬੇਸਿਕਸ ਸਾਨੂੰ ਪਤਾ ਹੋਣੇ ਚਾਹੀਦੇ, ਤੇ ਸਾਡਾ ਕੋਈ ਕੁਐਸਚਨ ਇਹਦਾ ਗਲਤ ਨਹੀਂ ਹੋਊਗਾ। ਤੇ ਚਲੋ ਆਓ ਹੁਣ ਆਪਾਂ ਆਪਣੇ ਇੱਕ ਅੰਕ ਵਾਲੇ ਪ੍ਰਸ਼ਨਾਂ ਨੂੰ ਹੱਲ ਕਰੀਏ। ਠੀਕ ਹੈ, ਤਾਂ ਦੇਖੋ ਸਭ ਤੋਂ ਪਹਿਲਾ ਕੁਐਸਚਨ ਕੀ ਹੈ। ਸਭ ਤੋਂ ਪਹਿਲਾ ਕੁਐਸਚਨ ਇਹੀ ਕਿ ਪੀ x1 y1 ਤੇ q x2 y2 ਵਿਚਕਾਰ ਦੂਰੀ ਦਾ ਸੂਤਰ। ਹੁਣ ਇਹ ਸਾਡਾ ਸਿੰਪਲ ਦੂਰੀ ਸੂਤਰ ਹੈ। ਹੁਣੀ ਆਪਾਂ ਪੜ੍ਹ ਕੇ ਚੁੱਕੇ ਹਾਂ ਦੂਰੀ ਸੂਤਰ ਕਿਹਦੇ ਬਰਾਬਰ ਹੈ ਕਿ x2 - x1 ਦਾ ਵਰਗ ਪਲੱਸ y2 - y1 ਦਾ ਵਰਗ ਤੇ ਫਿਰ ਉਹਦਾ ਅੰਡਰ ਰੂਟ, ਯਾਨੀ ਕਿ ਸਾਡਾ A ਆਪਸ਼ਨ ਹੋ ਗਿਆ। ਨੈਕਸਟ ਚੱਲੋ ਅੱਗੇ ਸੈਕਿੰਡ ਕੁਐਸਚਨ ਕੀ ਹੈ ਕਿ ਬਿੰਦੂ P Q ਤੇ R ਇੱਕ ਤ੍ਰਿਭੁਜ ਬਣਾਉਣਗੇ ਜੇਕਰ ਇਹਨਾਂ ਵਿੱਚੋਂ ਕਿਹੜੀ ਕੰਡੀਸ਼ਨ। ਹੁਣ ਪਹਿਲਾਂ ਆਪਾਂ ਇੱਕ ਤ੍ਰਿਭੁਜ ਬਣਾ ਲੈਂਦੇ ਹਾਂ ਇੱਥੇ P Q R। ਹੁਣ ਸਾਨੂੰ ਪਤਾ ਵੀ ਕੋਈ ਵੀ ਤ੍ਰਿਭੁਜ ਇਹ ਆਪਾਂ ਛੋਟੀ ਕਲਾਸ ਵਿੱਚ ਪੜ੍ਹਿਆ 7th 'ਚ ਪੜ੍ਹਿਆ ਕਿ ਅਗਰ ਅਸੀਂ ਤ੍ਰਿਭੁਜ ਬਣਾਉਣੀ ਹੈ ਤਾਂ ਦੋ ਭੁਜਾਵਾਂ ਦਾ ਜਿਹੜਾ ਜੋੜ ਹੈ ਉਹ ਹਮੇਸ਼ਾ ਤੀਸਰੀ ਭੁਜਾ ਤੋਂ ਕੀ ਹੋਣਾ ਚਾਹੀਦਾ, ਵੱਡਾ ਹੋਣਾ ਚਾਹੀਦਾ। ਕੀ ਹੋਣਾ ਚਾਹੀਦਾ, ਵੱਡਾ। ਮਤਲਬ ਕੋਈ ਵੀ ਦੋ ਭੁਜਾਵਾਂ ਦਾ ਜੋੜ ਅਗਰ ਅਸੀਂ ਕਰੀਏ ਤਾਂ ਹਮੇਸ਼ਾ ਤੀਸਰੀ ਭੁਜਾ ਤੋਂ ਵੱਡਾ ਆਵੇ। ਯਾਨੀ ਕਿ ਅਗਰ ਇਹ 3 ਹੈ, ਠੀਕ ਹੈ, ਇਹ ਅਸੀਂ ਲੈ ਲਿਆ 4, ਠੀਕ, ਤਾਂ ਇਹਨੂੰ ਅਗਰ ਅਸੀਂ ਲੈ ਲਈਏ ਮੰਨ ਲਓ ਫੋਰ ਐਗਜ਼ਾਮਪਲ ਆਪਾਂ ਇਹਨੂੰ ਲੈ ਲਿਆ 5, ਠੀਕ ਹੈ। ਤਾਂ ਹੁਣ ਇਹਨਾਂ ਦੋਨਾਂ ਨੂੰ ਜੋੜੋ, 4 'ਚ 3 ਜੋੜੇ 7, ਉਹ ਕੀ ਹੈ 5 ਤੋਂ ਵੱਡਾ। ਨੈਕਸਟ 5 'ਚ 4 ਜੋੜੋ 9, ਉਹ 3 ਤੋਂ ਵੱਡਾ। 5 'ਚ 3 ਜੋੜੋ 8, ਉਹ 4 ਤੋਂ ਵੱਡਾ। ਤਾਂ ਮਤਲਬ ਇਸ ਤਰ੍ਹਾਂ ਦੀ ਤ੍ਰਿਭੁਜ ਸੰਭਵ ਹੁੰਦੀ ਹੈ ਵੀ ਜਦੋਂ ਤ੍ਰਿਭੁਜ ਦੀਆਂ ਦੋ ਭੁਜਾਵਾਂ ਦਾ ਜੋੜ ਹਮੇਸ਼ਾ ਤੀਸਰੀ ਭੁਜਾ ਤੋਂ ਕੀ ਹੋਵੇ, ਵੱਡਾ। ਤਾਂ ਆਪਾਂ ਚੈੱਕ ਕਰਦੇ ਹਾਂ ਇਹ 'ਚ ਕਿਹੜੀ ਕੰਡੀਸ਼ਨ ਆਊਗੀ। ਫਿਰ ਇਹ 'ਚ ਦੇਖੋ PQ ਪਲੱਸ QR ਦਾ ਜੋੜ ਕੀ ਹੋਵੇ, PR ਤੋਂ ਵੱਡਾ ਹੋਵੇ। ਬਾਕੀ ਸਾਰੇ 'ਚ ਇੱਥੇ ਬਰਾਬਰ ਹੈ, ਇੱਥੇ ਘਟਾਓ ਹੈ, ਇੱਥੇ ਛੋਟਾ ਹੈ। ਤਾਂ ਯਾਨੀ ਕਿਹੜੀ ਆਪਸ਼ਨ ਹੈ ਸਾਡੀ, A ਆਪਸ਼ਨ ਹੈ। ਠੀਕ, ਅੱਗੇ ਚਲੋ ਸੈਕਿੰਡ ਆਪਣਾ ਥਰਡ ਕੁਐਸਚਨ ਹੈ ਕਿ ਬਿੰਦੂ AB ਤੇ -A - B ਵਿਚਕਾਰਲੀ ਦੂਰੀ। ਇਹਦੇ ਲਈ ਦੂਰੀ ਸੂਤਰ ਲਗਾਵਾਂਗੇ। ਇੱਕ ਨੂੰ ਮੰਨ ਲਵਾਂਗੇ x1 y1, ਇੱਕ ਨੂੰ ਮੰਨ ਲਵਾਂਗੇ x2 y2। ਤਾਂ ਚਲੋ ਸਭ ਤੋਂ ਪਹਿਲਾਂ x2 - x1 ਕਰਾਂਗੇ, ਯਾਨੀ -A ਵਿੱਚੋਂ ਇਹਨੂੰ ਘਟਾਤਾ। ਤਾਂ ਜਦੋਂ ਵੀ ਆਪਾਂ ਨੂੰ ਬੇਟੇ ਇੱਦਾਂ x2 - x1 ਕਰਨਾ ਹੁੰਦਾ ਤਾਂ ਕਈ ਵਾਰ ਆਪਾਂ ਨੂੰ ਪ੍ਰੋਬਲਮ ਆਉਂਦੀ ਹੈ, ਅਸੀਂ ਸਾਈਨ ਦੀ ਗਲਤੀ ਕਰ ਜਾਂਦੇ ਹਾਂ। ਤਾਂ ਅਸੀਂ ਸਿੰਪਲ ਇਹ ਦੇਖਣਾ ਵੀ ਇੱਥੇ ਜਿਹੜਾ ਸਾਈਨ ਹੈ ਉਹਦਾ ਉਲਟਾ ਲਿਖ ਦੇਣਾ। ਮਤਲਬ ਇੱਥੇ A ਧਨਾਤਮਕ ਸੀ ਤਾਂ ਇੱਥੇ ਕੀ ਹੋ ਜਾਊਗਾ, ਰਿਣਾਤਮਕ। ਅੱਗੇ ਚੱਲੋ ਹੁਣ y2 ਕੀ ਹੈ, -B, ਇੱਦਾਂ ਹੀ ਇਹਦਾ ਸਾਈਨ ਚੇਂਜ, -B ਦਾ ਵਰਗ। ਹੁਣ -A ਯਾਨੀ -2A ਦਾ ਵਰਗ ਪਲੱਸ -2B ਦਾ ਵਰਗ। -2 ਦਾ ਵਰਗ ਕੋਈ ਵੀ ਚਾਹੇ ਧਨਾਤਮਕ ਸੰਖਿਆ ਹੋਵੇ ਚਾਹੇ ਰਿਣਾਤਮਕ ਹੋਵੇ, ਜੇ ਅਸੀਂ ਉਹਦਾ ਵਰਗ ਕਰਦੇ ਹਾਂ ਤਾਂ ਉਹਦਾ ਜਿਹੜਾ ਸਾਈਨ ਆ ਉਹ ਕੀ ਹੋ ਜਾਂਦਾ, ਧਨਾਤਮਕ ਹੋ ਜਾਂਦਾ। ਠੀਕ ਹੈ, ਹੁਣ ਇਹਨਾਂ 'ਚੋਂ 4 ਕੀ ਨਿਕਲ ਗਿਆ, ਕਾਮਨ ਨਿਕਲ ਗਿਆ। ਅਤੇ ਅੰਦਰ ਕੀ ਬਚ ਗਿਆ, A² ਪਲੱਸ B²। ਹੁਣ 4 ਦਾ ਵਰਗਮੂਲ ਕਿੰਨਾ ਹੁੰਦਾ, 2। ਤਾਂ ਸਾਡਾ ਆਨਸਰ ਆ ਗਿਆ 2 √ A² ਪਲੱਸ B²। ਤਾਂ ਦੇਖੋ ਕਿਹੜੀ ਆਪਸ਼ਨ ਹੈ, ਬਿਲਕੁਲ ਸਹੀ, ਇਹ ਹੈਗੀ ਸਾਡੀ ਪਹਿਲੀ ਆਪਸ਼ਨ। ਠੀਕ ਹੈ, ਅੱਗੇ ਚੱਲੋ ਫੋਰਥ ਕੁਐਸਚਨ 'ਤੇ। ਬੇਟਾ ਜੇ ਤੁਹਾਡਾ ਇਹ ਨਾਲ ਦੋ ਨਾਲ ਹੱਲ ਨਹੀਂ ਹੁੰਦਾ ਤਾਂ ਇਹਦਾ ਸਕਰੀਨਸ਼ਾਟ ਲੈ ਲਿਆ ਕਰੋ। ਠੀਕ ਹੈ, ਅਤੇ ਜੇ ਤੁਹਾਡੀ ਰਹਿ ਗਈ ਵੀਡੀਓ ਤਾਂ ਬੈਕ ਕਰਕੇ ਇਹਦਾ ਸਕਰੀਨਸ਼ਾਟ ਲੈ ਲਓ। ਅੱਗੇ ਚਲੋ ਫੋਰਥ ਕੁਐਸਚਨ 'ਤੇ। ਫੋਰਥ ਕੁਐਸਚਨ ਹੈ ਕਿ ਜੇ ਚੱਕਰ ਦੇ ਵਿਆਸ ਦੇ ਸਿਰਿਆਂ ਦੇ ਬਿੰਦੂ ਦੇ ਨਿਰਦੇਸ਼ਾਂਕ ਨੇ ਤਾਂ ਚੱਕਰ ਦੇ ਕੇਂਦਰ ਦੇ ਨਿਰਦੇਸ਼ਾਂਕ ਕੀ ਹੋਣਗੇ। ਹੁਣ ਸਾਨੂੰ ਪਤਾ ਹੈ ਵੀ ਚੱਕਰ ਜਿਹੜਾ ਹੁੰਦਾ ਹੈ ਉਹਦਾ ਜਿਹੜਾ ਵਿਆਸ ਹੁੰਦਾ ਹੈ ਉਹ ਕੀ ਹੁੰਦਾ, ਕੇਂਦਰ ਦੇ ਵਿੱਚੋਂ ਲੰਘਦਾ ਅਤੇ ਕੇਂਦਰ ਤੋਂ ਕੀ ਹੁੰਦਾ, ਕੇਂਦਰ ਉਹਦਾ ਮੱਧ ਬਿੰਦੂ ਹੁੰਦਾ। ਕਿਉਂਕਿ ਕੇਂਦਰ ਤੋਂ ਇਸ ਸਿਰੇ ਤੱਕ ਇੱਕ ਅਰਧ ਵਿਆਸ ਹੋ ਜਾਂਦਾ, ਇੱਦਾਂ ਦੂਜੇ ਸਿਰੇ ਤੱਕ ਦੂਜਾ ਅਰਧ ਵਿਆਸ। ਤਾਂ ਯਾਨੀ ਅਗਰ ਇਹ ਹੈਗਾ 2 ਤੇ -5 ਅਤੇ ਇਹਦੇ ਨਿਰਦੇਸ਼ਾਂਕ ਹੈ -2 ਤੇ 9, ਤਾਂ ਜਿਹੜਾ O ਪੁਆਇੰਟ ਹੈ ਇਹ ਇਹਦਾ ਕੀ ਹੈ, ਮੱਧ ਬਿੰਦੂ ਹੈ। ਹੁਣ ਮੱਧ ਬਿੰਦੂ ਦੇ ਲਈ ਅਸੀਂ ਕੀ ਪੜ੍ਹਿਆ ਸੀ ਵੀ ਜੇ ਇੱਕ ਹੈਗਾ x1 y1 ਅਤੇ ਇਹਨਾਂ ਨੂੰ ਅਸੀਂ ਲੈ ਲਈਏ x2 y2, ਤਾਂ ਮੱਧ ਬਿੰਦੂ ਦੇ ਨਿਰਦੇਸ਼ਾਂਕ ਕਿੱਦਾਂ ਨਿਕਲਦੇ ਆ, x ਵਾਲਾ ਕੱਢਣਾ ਹੈ ਤਾਂ x1 + x2 ਕਰਕੇ ਉਹਨੂੰ 2 ਨਾਲ ਭਾਗ ਕਰ ਦਿਓ, ਅਤੇ y ਵਾਲਾ ਕੱਢਣਾ ਹੈ ਤਾਂ ਉਹਨੂੰ y ਵਾਲੇ ਨਿਰਦੇਸ਼ਾਂਕਾਂ ਨੂੰ ਜੋੜ ਕੇ ਉਹਨੂੰ 2 ਨਾਲ ਭਾਗ ਕਰ ਦਿਓ। ਤਾਂ ਚਲੋ ਕਰੀਏ ਫਿਰ। 2 ਵਿੱਚ -2 ਜੋੜੇ ਤਾਂ ਕਿੰਨਾ ਆ ਗਿਆ, 0, ਕਿਉਂਕਿ ਇੱਕ ਧਨਾਤਮਕ ਇੱਕ ਰਿਣਾਤਮਕ। ਠੀਕ ਹੈ, ਅਤੇ ਇੱਦਾਂ ਹੀ ਇੱਧਰ -5 ਵਿੱਚ 9 ਜੋੜੋ, ਇੱਕ ਧਨਾਤਮਕ ਇੱਕ ਰਿਣਾਤਮਕ, ਤਾਂ ਕਿੰਨਾ ਆ ਗਿਆ, 4 ਆ ਗਿਆ ਬਟੇ 2। ਤਾਂ ਅਗਰ ਅੰਸ਼ ਵਿੱਚ 0 ਹੋਵੇ, ਹਰ ਵਿੱਚ ਕੁਛ ਵੀ ਹੋਵੇ, ਸਾਡਾ ਆਨਸਰ ਕੀ ਆਉਂਦਾ, 0। ਅਤੇ ਇੱਥੇ ਕਟਿੰਗ ਕਰਕੇ ਕਿੰਨਾ ਆ ਗਿਆ, 2, ਯਾਨੀ 0,2। ਕਿਹੜੀ ਆਪਸ਼ਨ ਹੈ ਸਾਡੀ, D ਆਪਸ਼ਨ। ਠੀਕ ਹੈ, ਇਹਦੇ ਵਿੱਚ ਆਪਾਂ ਬੇਟਾ ਮੱਧ ਬਿੰਦੂ ਵਾਲਾ ਫਾਰਮੂਲਾ ਲਗਾਇਆ ਕਿ ਦੋਨੋਂ x ਵਾਲੇ ਨਿਰਦੇਸ਼ਾਂਕਾਂ ਨੂੰ ਜੋੜ ਲਿਆ, ਠੀਕ ਹੈ, ਉਹਨਾਂ ਦਾ ਅੱਧ ਕਰਤਾ, ਅਤੇ ਦੋਨੋਂ y ਵਾਲੇ ਨਿਰਦੇਸ਼ਾਂਕਾਂ ਨੂੰ ਜੋੜ ਕੇ ਉਹਦਾ ਅੱਧ ਕਰਤਾ, ਅਤੇ ਬਣ ਗਿਆ ਸੀ ਸਾਡਾ D ਆਪਸ਼ਨ। ਨੈਕਸਟ ਦੇਖੋ, x ਧੁਰੇ 'ਤੇ ਸਥਿਤ ਕਿਸੇ ਬਿੰਦੂ ਦਾ ਕੋਟੀ ਕਿੰਨਾ ਹੁੰਦਾ। ਤਾਂ ਹੁਣ ਦੇਖੋ x ਧੁਰੇ 'ਤੇ ਸਥਿਤ ਕੋਈ ਵੀ ਬਿੰਦੂ ਲੈ ਲਓ, ਮੰਨ ਲਓ ਆਹ ਬਿੰਦੂ ਹੈ,
ਹੁਣ ਇਹਦੇ ਨਿਰਦੇਸ਼ਾਂਕ ਕੀ ਹੋਣਗੇ x, 0, ਤਾਂ ਯਾਨੀ ਉਹਦੀ ਕੋਟੀ ਕੀ ਹੋਗੀ, ਕੋਟੀ ਮਤਲਬ y ਨਿਰਦੇਸ਼ਾਂਕ, ਉਹ ਕੀ ਹੋ ਗਿਆ 0 ਹੋ ਗਿਆ। ਠੀਕ, ਸੌਖਾ ਜਿਹਾ ਪ੍ਰਸ਼ਨ ਸੀਗਾ, ਪਰ ਦੇਖੋ ਤੁਹਾਨੂੰ ਮੈਂ ਜਿਵੇਂ ਇਸ ਵੀਡੀਓ ਦੀ ਸਟਾਰਟਿੰਗ 'ਚ ਕਿਹਾ ਸੀ ਵੀ ਸਾਨੂੰ ਕੋਆਰਡੀਨੇਟ ਜਿਓਮੈਟਰੀ ਦੇ ਬੇਸਿਕਸ ਪਤਾ ਹੋਣੇ ਚਾਹੀਦੇ ਆ। ਅੱਗੇ ਚਲੋ, y ਧੁਰੇ 'ਤੇ ਸਥਿਤ ਕਿਸੇ ਬਿੰਦੂ ਦਾ ਭੁਜ ਕਿੰਨਾ ਹੋਊਗਾ। ਹੁਣ ਸਭ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਭੁਜ ਹੁੰਦਾ ਕੀ ਹੈ। ਭੁਜ ਮਤਲਬ x ਨਿਰਦੇਸ਼ਾਂਕ, ਮਤਲਬ x ਨਿਰਦੇਸ਼ਾਂਕ। ਹੁਣ y ਧੁਰੇ 'ਤੇ ਅਗਰ ਕੋਈ ਬਿੰਦੂ ਹੈ ਤਾਂ ਉਹਦੇ ਨਿਰਦੇਸ਼ਾਂਕ ਕਿਵੇਂ ਦੇ ਹੋਣਗੇ 0, y, ਯਾਨੀ ਉਹਦਾ ਭੁਜ ਕੀ ਹੋ ਗਿਆ 0 ਹੋ ਗਿਆ। ਠੀਕ ਹੈ, ਅੱਗੇ ਚਲੋ, ਦ ਡਿਸਟੈਂਸ ਆਫ ਪੁਆਇੰਟ 2 - 3 ਫਰੋਮ x ਐਕਸਿਸ, ਮਤਲਬ x ਧੁਰੇ ਤੋਂ ਬਿੰਦੂ ਦੀ ਦੂਰੀ ਪਤਾ ਕਰਨੀ ਹੈ। ਹੁਣ ਇਸ ਕੁਐਸਚਨ ਦੇ ਵਿੱਚ ਬੇਟਾ ਜਿਹੜੀ ਸਾਡੀ ਇਹ ਆਪਸ਼ਨ ਹੈ ਇੱਥੇ -3 ਦੀ ਬਜਾਏ 3 ਆਉਣਾ ਹੈ। ਉਹ ਦੱਸਦੇ ਆ ਕਿੱਦਾਂ। ਮੰਨ ਲਓ ਆਪਣਾ ਕੀ ਹੈ ਇੱਕ, ਠੀਕ ਹੈ, ਇੱਕ ਸਮਤਲ ਹੈ ਆਪਣਾ, ਤਾਂ ਹੁਣ ਇਹਦੇ ਵਿੱਚ ਬਿੰਦੂ ਹੈ ਕੋਈ, ਇਹ ਹੈਗਾ 0, 1, 2, 3 ਅਤੇ ਇੱਦਾਂ ਹੀ -1, -2, -3, ਅਤੇ ਜਿਹੜਾ ਬਿੰਦੂ ਹੈ 2, -3 ਇਹ ਸਾਡਾ ਕਿੱਥੇ ਹੋਊਗਾ, ਇਹ ਹੋਊਗਾ ਸਾਡਾ ਚੌਥੀ ਚੌਥਾਈ ਵਿੱਚ। ਆਹ ਬਿੰਦੂ ਆ ਗਿਆ ਸਾਡਾ 2 ਅਤੇ -3। ਹੁਣ ਉਹਨਾਂ ਨੇ ਪੁੱਛਿਆ ਇਹਦੀ x ਧੁਰੇ ਤੋਂ ਦੂਰੀ ਪਤਾ ਕਰਨੀ ਹੈ। ਹੁਣ x ਧੁਰੇ ਤੋਂ ਕਿੰਨਾ ਦੂਰ ਹੈ, ਦੇਖੋ ਜਿੰਨਾ ਇਹਦਾ ਕੀ ਹੈ y ਵਾਲੇ ਨਿਰਦੇਸ਼ਾਂਕ ਦੀ ਵੈਲਿਊ ਹੈ, ਮਤਲਬ ਵੈਲਿਊ ਨੂੰ ਦੇਖਣਾ ਅਸੀਂ ਉਹਨੂੰ ਸਾਈਨ ਨੂੰ ਛੱਡ ਕੇ, ਕਿਉਂਕਿ ਦੂਰੀ ਕਦੇ ਵੀ ਰਿਣਾਤਮਕ ਨਹੀਂ ਹੋ ਸਕਦੀ, ਡਿਸਟੈਂਸ ਕਦੇ ਵੀ ਨੈਗੇਟਿਵ ਨਹੀਂ ਹੁੰਦਾ ਬੇਟਾ, ਹਮੇਸ਼ਾ ਪੋਜ਼ੀਟਿਵ ਹੁੰਦਾ, ਧਨਾਤਮਕ ਹੁੰਦਾ। ਅਤੇ ਇਸ ਕਰਕੇ ਅਗਰ ਸਾਨੂੰ ਪੁੱਛਿਆ ਜਾਵੇ ਕਿ ਕਿਸੇ ਬਿੰਦੂ ਦੀ x ਧੁਰੇ ਤੋਂ ਦੂਰੀ ਕਿੰਨੀ ਹੈ, ਤਾਂ ਅਸੀਂ ਕੀ ਦੇਖ ਲੈਣਾ, ਉਹਦਾ y ਵਾਲਾ ਨਿਰਦੇਸ਼ਾਂਕ ਦੇਖ ਲੈਣਾ ਅਤੇ ਉਹਨੂੰ ਪੋਜ਼ੀਟਿਵ ਫਾਰਮ 'ਚ, ਜੇ ਹੈਗਾ ਤਾਂ ਪੋਜ਼ੀਟਿਵ ਲਿਖ ਦੇਣਾ, ਨਹੀਂ ਤਾਂ ਜੇ ਨੈਗੇਟਿਵ 'ਚ ਹੈ ਉਹਨੂੰ ਪੋਜ਼ੀਟਿਵ ਕਰਕੇ ਲਿਖ ਦੇਣਾ। ਤਾਂ ਯਾਨੀ x ਧੁਰੇ ਤੋਂ ਦੂਰੀ ਹਮੇਸ਼ਾ ਉਸ ਬਿੰਦੂ ਦਾ ਕੀ ਹੋਊਗਾ ਜੋ ਕੋਟੀ ਦੀ ਪੋਜ਼ੀਟਿਵ ਵੈਲਿਊ ਹੈ। ਠੀਕ ਹੈ, ਇੱਦਾਂ ਹੀ y ਧੁਰੇ ਤੋਂ ਅਗਰ ਪੁੱਛਿਆ ਹੁੰਦਾ, ਜਿਵੇਂ ਕਿ ਅਗਲੇ ਕੁਐਸਚਨ 'ਚ ਪੁੱਛਿਆ ਹੋਇਆ ਵੀ ਡਿਸਟੈਂਸ ਦੱਸੋ y ਧੁਰੇ ਤੋਂ, ਤਾਂ ਹੁਣ y ਧੁਰੇ ਦੇ ਲਈ ਅਸੀਂ ਕੀ ਕਰਾਂਗੇ, x ਵਾਲਾ ਬਿੰਦੂ ਦੇਖਾਂਗੇ, x ਵਾਲਾ ਨਿਰਦੇਸ਼ਾਂਕ। ਯਾਨੀ ਹੁਣ ਦੇਖੋ y ਧੁਰੇ ਤੋਂ ਇਹਦੀ ਦੂਰੀ ਕਿੰਨੀ ਹੈ 2, ਹੈ ਨਾ, 2 ਇਕਾਈਆਂ ਹੋ ਗਈਆਂ, ਅਤੇ ਇਹਦਾ ਮਤਲਬ ਇਹਦਾ ਆਨਸਰ ਕੀ ਹੋ ਜਾਊਗਾ 2। ਤਾਂ ਸਾਨੂੰ ਕੀ ਸਮਝ ਆਇਆ, ਸਾਨੂੰ ਇਹ ਸਮਝ ਆਇਆ ਵੀ ਜੇ ਸਾਡੇ ਤੋਂ x ਧੁਰੇ ਤੋਂ ਦੂਰੀ ਪੁੱਛੀ ਹੈ ਤਾਂ ਅਸੀਂ y ਵਾਲਾ ਨਿਰਦੇਸ਼ਾਂਕ ਪੋਜ਼ੀਟਿਵ ਫਾਰਮ 'ਚ ਲਿਖ ਦੇਣਾ, ਯਾਨੀ ਇੱਥੇ -3 ਨਹੀਂ, ਇੱਥੇ ਕੀ ਆਊਗਾ 3। ਅਤੇ ਜੇ ਸਾਡੇ ਤੋਂ y ਧੁਰੇ ਤੋਂ ਦੂਰੀ ਪੁੱਛੀ ਹੈ ਤਾਂ ਅਸੀਂ x ਵਾਲੇ ਦੀ ਕੀ ਲੈ ਲੈਣੀ ਹੈ, ਪੋਜ਼ੀਟਿਵ ਵੈਲਿਊ ਲੈ ਲੈਣੀ ਹੈ। ਠੀਕ ਹੈ, ਨੈਕਸਟ ਚਲੋ 9th ਕੁਐਸਚਨ 'ਤੇ। ਅਗਲਾ ਕੁਐਸਚਨ ਹੈ ਵੀ ਬਿੰਦੂ ਦੀ AB ਦੀ 0, 0 ਦੇ ਵਿਚਕਾਰ ਦੂਰੀ। ਹੁਣ ਇਹ ਕੀ ਹੋ ਗਿਆ, ਮੂਲ ਬਿੰਦੂ, ਜਿਵੇਂ ਕਿ ਆਪਾਂ ਸਟਾਰਟਿੰਗ 'ਚ ਦੂਜਾ ਫਾਰਮੂਲਾ ਪੜ੍ਹਿਆ ਸੀਗਾ। ਮੂਲ ਬਿੰਦੂ ਤੋਂ ਦੂਰੀ ਦੇ ਲਈ ਸਾਡਾ ਦੂਰੀ ਸੂਤਰ ਹੁੰਦਾ x² + y², ਕਿਉਂਕਿ ਇੱਕ ਤਾਂ 0, 0 ਹੀ ਹੋ ਗਿਆ, ਅਤੇ ਯਾਨੀ a² + b², ਕਿਉਂਕਿ x ਦੀ ਜਗ੍ਹਾ ਸਾਡੇ ਕੋਲ a ਹੈ ਅਤੇ y ਦੀ ਜਗ੍ਹਾ ਸਾਡੇ ਕੋਲ b ਹੈ, ਅਤੇ ਆ ਗਿਆ √a² + b²। ਅੱਗੇ ਚਲੋ 10ਵੇਂ ਪ੍ਰਸ਼ਨ 'ਤੇ ਕਿ ਬਿੰਦੂ 4, -3 ਦੀ ਮੂਲ ਬਿੰਦੂ ਤੋਂ ਦੂਰੀ। ਠੀਕ ਹੈ, ਹੁਣ ਇਹ ਮੂਲ ਬਿੰਦੂ ਤੋਂ ਦੂਰੀ ਪਤਾ ਕਰਨੀ ਹੈ, ਫਿਰ ਤੋਂ ਫਾਰਮੂਲਾ ਕੀ ਹੈ, √x² + y²। x ਦੀ ਜਗ੍ਹਾ 'ਤੇ ਸਾਡੇ ਕੋਲ ਕੀ ਹੈ 4, ਅਤੇ y ਦੀ ਜਗ੍ਹਾ 'ਤੇ ਸਾਡੇ ਕੋਲ ਕੀ ਹੈ -3। 4 ਦਾ ਵਰਗ 16 ਅਤੇ -3 ਦਾ ਵਰਗ 9। 16 'ਚ 9 ਜੋੜੇ ਕਿੰਨਾ ਆ ਗਿਆ 25, ਅਤੇ 25 ਕਿਹਦਾ ਵਰਗਮੂਲ, 25 ਦਾ ਵਰਗਮੂਲ 5। 25 ਕਿਹਦਾ ਵਰਗ ਹੈ 5 ਦਾ, ਯਾਨੀ 25 ਦਾ ਵਰਗਮੂਲ 5। ਅਤੇ ਇਹ ਹੋ ਗਿਆ ਸਾਡਾ C ਆਪਸ਼ਨ। ਅੱਗੇ ਚਲੋ 11ਵੇਂ ਪ੍ਰਸ਼ਨ 'ਤੇ। 11ਵਾਂ ਪ੍ਰਸ਼ਨ ਹੈ x ਧੁਰੇ 'ਤੇ ਕਿਸੇ ਬਿੰਦੂ P ਦੇ ਨਿਰਦੇਸ਼ਾਂਕ ਕਿਵੇਂ ਦੇ ਹੁੰਦੇ ਆ। ਆਪਾਂ ਹੁਣੀ ਕਰਕੇ ਚੁੱਕੇ ਹਾਂ ਵੀ ਅਗਰ ਕੋਈ ਬਿੰਦੂ ਮੰਨ ਲਓ P x ਧੁਰੇ ਦੇ ਉੱਤੇ ਹੈ ਤਾਂ ਉਹਦੀ x ਦੀ ਤਾਂ ਕੋਈ ਵੈਲਿਊ ਹੋਊਗੀ, ਪਰ y ਹਮੇਸ਼ਾ ਹੀ ਕੀ ਹੋਊਗਾ 0 ਹੋਊਗਾ। ਤਾਂ ਯਾਨੀ ਕਿਹੜਾ ਆਪਸ਼ਨ ਬਣਿਆ ਸਾਡਾ C ਆਪਸ਼ਨ। ਇੱਦਾਂ ਹੀ ਅਗਰ ਕੋਈ ਬਿੰਦੂ P y ਧੁਰੇ ਦੇ ਉੱਤੇ ਹੈ ਅਤੇ ਉਹਦੇ ਨਿਰਦੇਸ਼ਾਂਕ ਕੀ ਹੋਣਗੇ, ਮੰਨ ਲਓ ਬਿੰਦੂ P ਇੱਥੇ ਹੋਵੇ, ਤਾਂ ਫਿਰ ਹੁਣ ਇਹਦਾ x ਹਮੇਸ਼ਾ ਕੀ ਹੋਊਗਾ 0, ਅਤੇ y ਦੀ ਹਮੇਸ਼ਾ ਕੋਈ ਨਾ ਕੋਈ ਵੈਲਿਊ ਹੋਊਗੀ, ਅਤੇ ਯਾਨੀ ਕਿ 0, y। ਇਹ ਕੁਐਸਚਨਸ ਬੇਟੇ ਬੇਸਿਕ ਸਾਡੀ ਕੋਆਰਡੀਨੇਟ ਜਿਓਮੈਟਰੀ ਨਿਰਦੇਸ਼ਾਂਕ ਜਮਾਇਤੀ ਦੇ ਕੁਐਸਚਨ ਹੈ, ਤਾਂ ਇਹਨਾਂ ਨੂੰ ਬਾਰ-ਬਾਰ ਪ੍ਰੈਕਟਿਸ ਕਰੋ ਤਾਂ ਤੁਹਾਨੂੰ ਈਜ਼ੀ ਲੱਗਣਗੇ। ਇੱਕ ਵਾਰ ਇਹਨਾਂ ਨੂੰ ਚੰਗੀ ਤਰ੍ਹਾਂ ਸਮਝ ਲਿਆ ਫਿਰ ਕਦੇ ਨਹੀਂ ਭੁੱਲੋਗੇ, ਪਰ ਪ੍ਰੈਕਟਿਸ ਮਸਟ ਹੈ। ਅੱਗੇ ਚੱਲੋ, ਕਿਸੇ ਬਿੰਦੂ ਦੇ y ਧੁਰੇ ਤੋਂ ਦੂਰੀ ਉਸ ਬਿੰਦੂ ਦਾ ਡੈਸ਼ ਕਹਾਉਂਦੀ ਹੈ। ਹੁਣੀ ਆਪਾਂ ਪੜ੍ਹ ਕੇ ਚੁੱਕੇ ਹਾਂ ਵੀ ਅਗਰ ਮੰਨ ਲਓ ਕੋਈ ਬਿੰਦੂ ਹੈ, ਠੀਕ ਹੈ, ਜਿਵੇਂ ਕਿ ਆਪਾਂ ਇੱਥੇ ਲਿਆ ਸੀ 2 ਅਤੇ 3 ਲੈ ਲੈਂਦੇ ਹਾਂ। ਹੁਣ ਉਸ ਬਿੰਦੂ ਦੀ y ਧੁਰੇ ਤੋਂ ਦੂਰੀ, ਹੁਣ y ਧੁਰੇ ਤੋਂ ਦੂਰੀ ਕੀ ਹੈ ਹੁਣ y ਧੁਰੇ ਤੋਂ ਦੂਰੀ ਕਿੰਨੀ ਆਈ, ਜਿੰਨੀ ਉਹਦੀ x ਦੀ ਵੈਲਿਊ ਹੈ ਨਾ। ਤਾਂ ਯਾਨੀ ਕਿਸੇ ਬਿੰਦੂ ਦੇ y ਧੁਰੇ ਤੋਂ ਦੂਰੀ ਉਸ ਬਿੰਦੂ ਦਾ ਕੀ ਕਹਾਉਂਦੀ ਹੈ, x ਨਿਰਦੇਸ਼ਾਂਕ ਨਹੀਂ ਅਸੀਂ ਲਿਖਾਂਗੇ ਇੱਥੇ, ਅਸੀਂ ਲਿਖ ਦਾਂਗੇ ਭੁਜ ਕਹਾਉਂਦੀ ਹੈ। ਕੀ ਕਹਾਉਂਦੀ ਹੈ, ਭੁਜ, ਕਿਉਂਕਿ x ਨਿਰਦੇਸ਼ਾਂਕ ਨੂੰ ਭੁਜ ਕਿਹਾ ਜਾਂਦਾ। ਠੀਕ ਹੈ, ਅਤੇ ਇੱਦਾਂ ਹੀ ਅਗਰ ਹੁੰਦਾ ਕਿ ਕਿਸੇ ਬਿੰਦੂ ਦੇ x ਧੁਰੇ ਤੋਂ ਦੂਰੀ ਕੀ ਕਹਾਈ ਜਾਂਦੀ ਹੈ, ਤਾਂ ਫਿਰ ਅਸੀਂ ਕੀ ਲਿਖਣਾ ਸੀ ਇੱਥੇ, ਫਿਰ ਅਸੀਂ ਇੱਥੇ ਲਿਖਦੇ ਕੋਟੀ। ਠੀਕ ਹੈ, ਅੱਗੇ ਚਲੋ ਸੈਕਿੰਡ ਕੁਐਸਚਨ 'ਤੇ। ਸੈਕਿੰਡ ਕੁਐਸਚਨ ਹੈ ਕਿ ਬਿੰਦੂ P
एक्स वाई की मूल बिंदु तो दूरी, हुण मूल बिंदु मतलब 0 0, तो जे 0 0 है तो फिर फॉर्मूला किहड़ा साडा एक्स स्केयर प्लस वाई स्केयर का अंडर रूट, यानी ये साडा की हो गया आंसर कि अंडर रूट एक्स स्केयर प्लस वाई स्केयर, क्योंकि इत्थे साडे कोल एक्स वाई है। तो जे इत्थे साडे कोल हुंदा पी ए बी की मूल बिंदु तो दूरी पता करो, फिर की आ जाना सी ए स्केयर प्लस बी स्केयर का अंडर रूट। बस ये आप ध्यान रखना है भी कई बार पेपर 'च रकम चेंज हो जाती है, तो फिर आप कन्फ्यूज़ नहीं होना भी आप एक्स वाई वाला किया भी हुण इहदा आंसर की आऊगा, तो असीं उस हिसाब नाल अपने उस आंसर नूं मॉडिफाई कर लेना। ठीक है, चलो थर्ड क्वेश्चन ते थर्ड क्वेश्चन है कि मूल बिंदु के निर्देशांक, हुणी पढ़े आप मूल बिंदु के निर्देशांक की होंगे 0 0। ठीक, अगे चलो हुण सही गलत तो आ गए आप। बिंदु 4,0,4 वाई धुरे ते स्थित है, हुणी आप उपर पढ़ के चुके हैं भी जे कोई बिंदु वाई धुरे ते स्थित हो तो एक्स निर्देशांक की होंगे 0 होंगे, तो ये की है सही है। अगे चलो किसी रेखा खंड का मध्य बिंदु x1 प्लस x2 बटा 2 y1 प्लस y2 बटा 2 होंगे, ये भी आप फार्मूला पढ़े कि जो मध्य बिंदु है जोड़ा आप अपने चक्कर के व्यास का केंद्र का फार्मूला आप केंद्र के निर्देशांक लभे सी, तो आप यही फार्मूला लगाया सी, ये भी की है सही। अगे देखो मूल बिंदु के निर्देशांक 0 0, ये आप हुणी इत्थे पढ़ के चुके हैं, ये भी की है सही। नैक्सट चलो फोर्थ ब्लैंक ते, हुण फोर्थ ब्लैंक की है, फोर्थ ब्लैंक भी बिंदु ए जिहदे कि निर्देशांक है A,0 एक्स धुरे ते स्थित है, तो हुण एक्स धुरे ते स्थित लई भी आपां हुणी पढ़िया सीगा भी एक्स धुरे ते स्थित जिहड़ा बिंदु हुंदा है उहदा हमेशा वाई वाला निर्देशांक की हुंदा 0, ये भी सही है। अगे उस बिंदु के निर्देशांक 0 0 हैं जिथे एक्स अते वाई धुरा कटदा है। देखो एक्स ते वाई धुरा कित्थे कटदा है, मूल बिंदु ते कटदा, तो वो निर्देशांक की होंगे 0 0। देखो इक्को ही क्वेश्चन आपां नूं घुमा के कितनी बार आ गया है ना, पर आपां नूं ध्यान नाल पढ़ लेना भी उस बिंदु के निर्देशांक 0 0 हैं जिथे एक्स अते वाई धुरा कटदा है। हुण एक्स ते वाई धुरा कित्थे कटदा है, मूल बिंदु ते कटदा है, तो वो निर्देशांक की होंगे 0 0, इसका मतलब ये भी की है सही। अगे चलो बेटा सिक्स्थ क्वेश्चन जिथे मिस प्रिंटिंग है, किसी बिंदु का एक्स निर्देशांक वाई धुरे तो लंबवत दूरी होंदा है। हुण इहदा की मतलब है, इहदा मतलब ये है कि मान लो अगर कोई साडे कोल एक समतल है ए एक्स ए वाई, एक्स धुरा वाई धुरा, हुण कहते किसी बिंदु का एक्स निर्देशांक कोई एक पॉइंट लै लिया पी, उन्होंने आप नाम दे लिया अपना उही 2 ते 3। ठीक है, वो कहते बिंदु का एक्स निर्देशांक आह वाला 2, ये वाई धुरे तो लंबवत दूरी होंगी है, वाई धुरे तो लंबवत दूरी देखो जे आप इनू देखिए की होगा वाई तो परपेंडिकुलर डिस्टेंस हो गया ना, तो यह मतलब ये की हो गया साडा सही हो गया। तो इदा ही जे किसी बिंदु का वाई निर्देशांक वो की होगा एक्स धुरे तो लंबवत दूरी होगी, क्योंकि वाई धुरे का जोड़ा इत्थे वाई का निर्देशांक होगा वो एक्स धुरे तो की है परपेंडिकुलर डिस्टेंस है। ठीक है, तो ये साडा की हो गया सही हो गया। तो ये बेटे अपने सारे एक अंक वाले प्रश्न हो गए, बड़े सौखे जे एक अंक वाले प्रश्न ये आते हैं, बेसिक क्वेश्चन आते हैं। तो वीडियो में दोबारा देखो, जिथे तुहानूं कन्फ्यूजन होंदी है उन्होंने दोबारा तो चैक कर लो, तो वीडियो में लाइक करो, अपने फ्रेंड्स नाल इनू मैक्सीमम शेयर करो ताकि उन्होंने भी पेपरों में हैल्प हो सके। ऑल द बेस्ट बेटा, थैंक यू।